अकाल तख्त साहब के कार्यकारी जथेदार ज्ञानी हरप्रीत सिंह होरां दे बयान दी उन्होंने कहा कि मीरी पीरी का सिद्धांत साडे हत्थां चुक रहा है। जिहड़ा मीरी पीरी दिवस है जी वो मनाया गया सी ਉਹਦੇ ਵਿੱਚ श्री अकाल तख्त साहब के कार्यकारी जथेदार साहब ज्ञानी हरप्रीत सिंह ने ये डूंघी चिंता का प्रगटावा किया कि मीरी पीरी का जिहड़ा सिद्धांत सी जी वो साडे हत्थां चों किरदा जाए। ते जथेदार साहब ने जे एडी वड्डी गल प्रगट की है खोरा लग रहा तो ये भी दस देंगे खोरा लाने वाले कौन है जी वो किहड़ियां शक्तियां ने जिन्हां ने मीरी पीरी के सिद्धांत नूं खोरा लाया। अकाली दल के प्रधानों तो अस्तीफे लै जाण, खासकर सुखबीर सिंह बादल ने श्रोमणी अकाली दल के प्रधान ने उन्हां दा अस्तीफा लिया जाए। ढींडसा साहब सुखदेव सिंह ढींडसा भी मुलाकात करन पहुंचे सन कार्यकारी जथेदार साहब दे नाल। देखो श्रोमणी अकाली दल साडी सिरमौर जथेबंदी सी जिहदा बहुत कुर्बानियां वाला इतिहास है, 100 साल तो वध का इतिहास हो गया जी। ਉਹਦੀ ਸਥਿਤੀ ਇਸ ਤਰ੍ਹਾਂ ਪਤਲੀ ਤੋਂ ਪਤਲੀ ਹੁੰਦੀ ਕਿਉਂ ਚਲੀ ਗਈ, ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਪਰ ਇੱਥੇ ਕਿੰਨੇ ਅਕਾਲੀ ਦਲ ਬਣੇ ਫਿਰਦੇ ਨੇ, ਕੋਈ ਅਕਾਲੀ ਦਲ 1920 ਹੈ, ਕੋਈ ਸੁਤੰਤਰ ਹੈ, ਕੋਈ ਅੰਮ੍ਰਿਤਸਰ ਹੈ ਮਾਨ ਸਾਹਿਬ ਦਾ। ਇਹ ਸਾਰੇ ਜਿੰਨੇ ਪ੍ਰਧਾਨ ਤੁਰੇ ਫਿਰਦੇ ਆ ਇਹਨਾਂ ਸਾਰਿਆਂ ਨੂੰ ਸੱਦੋ ਇੱਥੇ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਕਹੋ ਕਿ ਅਸਤੀਫਾ ਦਿਓ। ਜਿਹੜੀ ਪਾਰਟੀ ਇਹ ਸੁਪਨਾ ਲੈਂਦੀ ਹੋਵੇ ਕਿ ਮੈਂ 25 ਸਾਲ ਰਾਜ ਕਰਨਾ ਹੈ ਤੇ ਉਹ ਸੀਟਾਂ 3 ਤੇ ਸਿਮਟ ਕੇ ਰਹਿ ਜਾਵੇ। तेवाड़ा जंगल नूं उजाड़न दीयां कोशिशां कीतीਆਂ जा रਹੀਆਂ ਸੀ। प्रोजैक्ट लगाउणा सीगा टैक्सटाइल इंडस्ट्री ਦਾ, ਇਸੇ ਦੇ ਚੱਲਦਿਆਂ ਲੋਕਾਂ ਨੇ ਵਿਰੋਧ ਕੀਤਾ। ਉੱਥੇ ਪੱਕਾ ਮੋਰਚਾ ਲਗਾਉਣ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਸ ਪ੍ਰੋਜੈਕਟ ਨੂੰ ਅਸੀਂ ਰੱਦ ਕਰਨ ਜਾ ਰਹੇ ਹਾਂ। ਇਹ ਪ੍ਰੋਜੈਕਟ ਪਾਸ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ ਜੀ। ਕੈਪਟਨ ਅਮਰਿੰਦਰ ਸਿੰਘ ਮੇਰਾ ਖਿਆਲ ਨਹੀਂ ਵੀ ਕਦੇ ਉਹਨੂੰ ਮੱਤੇ ਬੜੇ ਦੇ ਬਾਰੇ ਪੂਰਾ ਗਿਆਨ ਹੋਵੇ। ਉਹ ਨਾ ਤਾਂ ਲੋਕਾਂ 'ਚ ਜਾਂਦੇ ਸੀ ਤੇ ਨਾ ਹੀ ਪਹਾੜਾਂ ਤੋਂ ਥੱਲੇ ਉਤਰ। ਸਾਡੇ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਦੇ ਕੱਪੜਾ ਮੰਤਰਾਲੇ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਪ੍ਰੋਜੈਕਟ ਉੱਥੇ ਲੈ ਕੇ ਆਉਣਾ ਚਾਹੀਦਾ ਹੈ। ਤੇ ਜਿਹੜੇ 7 ਇਹਨਾਂ ਨੇ ਇੱਥੋਂ ਚੁਣ ਕੇ ਭੇਜੇ ਨੇ ਰਾਜ ਸਭਾ ਦੇ ਮੈਂਬਰ, ਉੱਥੇ ਨਮੂਨੇ ਬਣਾ ਕੇ ਨਹੀਂ ਭੇਜੇ ਜੀ। ਇੱਕ ਰਾਘਵ ਚੱਡੇ ਦੇ ਬਿਆਨ ਬੂਨ ਤਾਂ ਕਦੇ ਆ ਜਾਂਦੇ ਜਾਂ ਸੰਤ ਸੀਚੇਵਾਲ ਸਾਹਿਬ ਦੇ ਆ ਜਾਂਦੇ, ਬਾਕੀ ਤਾਂ ਕੋਈ ਬੋਲਦਾ ਹੀ ਨਹੀਂ। ਤੇ ਨਾਲ ਹੀ ਢਿੱਲੋਂ ਸਾਹਿਬ ਵੱਖਰੀ ਵਿਧਾਨ ਸਭਾ ਦਾ ਮਸਲਾ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਕੇਂਦਰ ਵੱਲੋਂ ਹਰਿਆਣਾ ਨੂੰ ਵੱਖਰੀ ਥਾਂ ਦੇਣ ਦਾ ਐਲਾਨ ਕੀਤਾ ਗਿਆ ਤੇ ਇਸੇ ਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਵੱਖਰੀ ਥਾਂ ਮੰਗ ਲਈ, ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਕੇ ਟਵੀਟ ਕਰ ਦਿੱਤਾ ਤੇ ਵਿਰੋਧੀਆਂ ਨੇ ਜੰਮ ਕੇ ਰਗੜੇ ਲਾਏ। ਰਾਜਸਥਾਨ ਦੇ ਮੁੱਖ ਮੰਤਰੀ ਸਾਹਿਬਾਨ ਹਿਮਾਚਲ ਇਹ ਉੱਥੇ ਪਧਾਰੇ ਸੀ ਜੀ। ਇਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਹਰਿਆਣੇ ਨੂੰ ਵੱਖਰੀ ਅਸੀਂ ਜਗ੍ਹਾ ਚੰਡੀਗੜ੍ਹ 'ਚ ਦੇਣ ਲੱਗੇ ਹਾਂ। ਅਗਲੇ ਦਿਨ ਕਹਿੰਦੇ ਜੀ ਸਾਡੇ ਮੁੱਖ ਮੰਤਰੀ ਦਾ ਟਵੀਟ ਆ ਗਿਆ ਵੀ ਸਾਨੂੰ ਵੀ ਵੱਖਰੀ ਵਿਧਾਨ ਸਭਾ ਦਾ ਮੌਕਾ ਦਿਓ। ਅੱਜ ਤੱਕ ਮੁੱਖ ਮੰਤਰੀ ਨੇ ਸਪਸ਼ਟ ਨਹੀਂ ਕੀਤਾ ਉਹ ਟਵੀਟ ਉਹਨਾਂ ਦਾ ਸੀ ਜਾਂ ਉਹਨਾਂ ਵੱਲੋਂ ਕਿਸੇ ਨੇ ਜਾਰੀ ਕੀਤਾ ਉਹਦੇ IT ਸੈੱਲ ਵੱਲੋਂ। ਪੰਜਾਬ ਨੂੰ ਉਜਾੜ ਕੇ ਚੰਡੀਗੜ੍ਹ ਦਾ ਨਿਰਮਾਣ ਹੋਇਆ ਸੀ ਤੇ ਚੰਡੀਗੜ੍ਹ ਪੰਜਾਬ ਦਾ ਕਿਹਾ ਜਾਂਦਾ ਸੀ, ਇੱਕ ਕਵਿਤਾ ਹੁੰਦੀ ਸੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ। ਪੰਜਾਬ ਫੇਰੀ ਦੇ ਦੌਰਾਨ ਉਹਨਾਂ ਨੂੰ ਅੜਚਨਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਦੇ ਉੱਤੇ ਜਿਹੜੇ ਜਾਮ ਲੱਗੇ ਹੋਏ ਸੀ, ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ। ਇਸ ਦੀ ਹੁਣ ਇੱਕ ਰਿਪੋਰਟ ਕਮੇਟੀ ਵੱਲੋਂ ਰਿਪੋਰਟ ਬਣਾਈ ਗਈ ਸੀ ਕਿ ਉਹ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਵੱਡਾ ਸਾਰਾ ਜਹਾਜ਼ ਲੈ ਲਿਆ ਜੀ। ਚੌਪਰ ਉਹਨਾਂ ਕੋਲੇ ਉਹ ਹੈ ਜਿਹੜਾ ਕਿਸੇ ਵੀ ਮੌਸਮ 'ਚ ਉਡਾਨ ਭਰ ਸਕਦਾ ਹੈ ਰਸ਼ੀਆ ਦੀ ਤਕਨੀਕ ਦੇ ਆਧਾਰਿਤ। ਤੇ 122 ਕਿਲੋਮੀਟਰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹੜਾ ਸ਼ੌਕ ਜਾਗ ਪਿਆ ਕਿ ਉਹ ਸੜਕ ਦੇ ਰਸਤੇ ਜਾਣ। ਇੰਦੂ ਮਲਹੋਤਰਾ ਨੇ ਸੌਂਪਤੀ ਹੈ ਐਨਵੀਰ ਮੰਨਾ ਸਾਹਿਬ ਨੂੰ। ਇਹ ਹੁਣ ਕਦੋਂ ਖੋਲੀ ਜਾਊਗੀ ਉਦੋਂ ਪਤਾ ਲੱਗੂਗਾ। ਲੇਕਿਨ ਇਹ ਰਿਪੋਰਟ ਜਿਹੜੀ ਆ ਹਾਈ ਕੋਰਟ ਨੂੰ ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜਾ ਫੇਰੀ ਦੇ ਵਿੱਚ ਜਿਹੜੀ ਕੁਤਾਹੀ ਹੋਈ ਸੀਗੀ ਸੁਰੱਖਿਆ ਦੇ ਵਿੱਚ ਹੋਈ ਸੀ ਨਹੀਂ ਹੋਈ ਸੀ ਸਾਨੂੰ ਨਹੀਂ ਪਤਾ ਜੀ। ਉਹ ਰਿਪੋਰਟ ਕੀ ਕਹਿੰਦੀ ਹੈ ਉਹਦਾ ਖੁਲਾਸਾ ਅਗਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਕਰੇਗੀ। सत श्री अकाल। D5 चैनल पंजाबी का खास प्रोग्राम
ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਮੁੱਦੇ ਹੁੰਦੇ ਨੇ ਹਫ਼ਤੇ ਭਰ ਦੇ ਵਿੱਚ ਜੋ ਵੀ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ। ਝਾਤ ਪਾਉਂਦੇ ਹਾਂ ਕਿ ਹਫ਼ਤੇ ਦੇ ਵਿੱਚ ਸਾਡੇ ਦੇਸ਼ ਦੇ ਵਿੱਚ, ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ, ਸੂਬੇ 'ਚ ਕੀ ਕੁਝ ਵਾਪਰਿਆ। ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ ਅੱਜ ਵੀ ਸਟੂਡੀਓ 'ਚ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਧਰਮਿੰਦਰ ਜੀ। ਢਿੱਲੋਂ ਸਾਹਿਬ, ਗੱਲ ਕਰਦੇ ਹਾਂ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਦੀ। ਉਹਨਾਂ ਨੇ ਕਿਹਾ ਕਿ ਮੀਰੀ ਪੀਰੀ ਦਾ ਸਿਧਾਂਤ ਸਾਡੇ ਹੱਥਾਂ 'ਚੋਂ ਕਿਰਿਆ ਹੈ। ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਮੀਰੀ ਪੀਰੀ ਦਿਵਸ ਹੈ ਜੀ, ਉਹ ਮਨਾਇਆ ਗਿਆ ਸੀ। ਉਹਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਸੀ ਜੀ, ਉਹ ਸਾਡੇ ਹੱਥਾਂ 'ਚੋਂ ਕਿਰਦਾ ਜਾ ਰਿਹਾ ਹੈ। ਭਾਵ ਜਿਸ ਮਨਸੇ ਦੇ ਨਾਲ ਗੁਰੂ ਸਾਹਿਬ ਨੇ ਇਹਨੂੰ ਸਥਾਪਿਤ ਕੀਤਾ ਸੀ ਜੀ, ਅੱਜ ਉਹਨੂੰ ਖੋਰਾ ਲੱਗ ਰਿਹਾ ਹੈ। ਤੇ ਜੱਦਰ ਸਾਹਿਬ ਨੇ ਜੇ ਐਡੀ ਵੱਡੀ ਗੱਲ ਪ੍ਰਗਟ ਕੀਤੀ ਹੈ, ਖੋਰਾ ਲੱਗ ਰਿਹਾ, ਤੇ ਇਹ ਵੀ ਦੱਸ ਦਿੰਦੇ ਖੋਰਾ ਲਾਉਣ ਵਾਲੇ ਕੌਣ ਹੈ ਜੀ, ਉਹ ਕਿਹੜੀਆਂ ਸ਼ਕਤੀਆਂ ਨੇ ਜਿਨ੍ਹਾਂ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਖੋਰਾ ਲਾਇਆ ਹੈ। ਜੱਦਰ ਸਾਹਿਬ ਦਾ ਇਹ ਚਿੰਤਾ ਕਰਨੀ ਬਹੁਤ, ਮੈਂ ਸਮਝਦਾ ਕਿ ਵੱਡੀ ਗੱਲ ਹੈ। ਪਰ ਜੱਦਰ ਸਾਹਿਬ ਚਿੰਤਾ ਦੇ ਨਾਲ ਚਿੰਤਨ ਕੀਤਾ ਜਾਵੇ ਅਕਾਲ ਤਖ਼ਤ ਸਾਹਿਬ ਤੇ ਜਥੇਬੰਦੀਆਂ ਨੂੰ ਬੁਲਾ ਕੇ, ਵਿਦਵਾਨਾਂ ਨੂੰ ਬੁਲਾ ਕੇ ਇਹਦੇ ਤੇ ਖੁੱਲੇ ਮਨ ਨਾਲ ਵਿਚਾਰਾਂ ਕੀਤੀਆਂ ਜਾਣ ਕਿ ਇਹ ਸਿਧਾਂਤ ਲਗਾਤਾਰ ਕਿਰਦਾ ਕਿਉਂ ਜਾ ਰਿਹਾ ਹੈ ਜੀ, ਇਹਦੇ ਲਈ ਜ਼ਿੰਮੇਵਾਰ ਕੌਣ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖੁਦ ਉੱਥੇ ਆਖਿਆ ਸੀ ਕਿ ਤੁਸੀਂ ਆਪਣਾ YouTube ਚੈਨਲ ਸ਼ੁਰੂ ਕਰੋ 1 ਹਫ਼ਤੇ ਦੇ ਵਿੱਚ ਜੀ। ਕੀ ਉਹ ਗੱਲ ਮੰਨ ਲਈ ਗਈ? ਜਿਹੜੇ ਉੱਥੇ ਕਾਬਜ ਬੈਠੇ ਨੇ, ਜੇ ਉਹ ਲੋਕਾਂ ਨੇ ਤੁਹਾਡੀ ਗੱਲ ਮੰਨਣੀ ਹੀ ਨਹੀਂ, ਤੇ ਫਿਰ ਉਹ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉਹ ਤਾਂ ਪ੍ਰਭਾਵਿਤ ਹੋਵੇਗਾ ਹੀ। ਗੁਰੂ ਸਾਹਿਬ ਨੇ ਉਸ ਵੇਲੇ ਜਦੋਂ ਜ਼ੁਲਮ ਵੱਧ ਗਿਆ ਸੀ, ਉਸ ਤੋਂ ਬਾਅਦ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪੈਂਦੀਆਂ ਸਨ ਜੀ। ਔਰ ਜਿਹੜਾ ਅਕਾਲ ਤਖ਼ਤ ਸਾਹਿਬ ਹੈ, ਇਹ ਦੁਨੀਆ ਦੇ ਵਿੱਚ ਸਭ ਤੋਂ ਉੱਚਾ ਹੈ ਜੀ, ਅਕਾਲ ਦਾ ਤਖ਼ਤ। ਮੈਂ ਬੜੇ ਅਦਬ ਦੇ ਨਾਲ ਜੱਦਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਸ ਦਿਨ ਤੁਸੀਂ ਅਕਾਲੀ ਫੂਲਾ ਸਿੰਘ ਵਰਗਾ ਰੂਪ ਧਾਰਨ ਕਰ ਲਿਆ ਜੀ, ਆ ਸਾਰਾ ਕੁਝ ਘੰਟਿਆਂ 'ਚ ਹੀ ਸੁਧਰ ਸਕਦਾ ਹੈ ਜੀ। ਸੋ ਜ਼ਰੂਰਤ ਹੈ, ਕਿੰਨਾ ਕਾਰਨਾਂ ਕਰਕੇ ਇਹ ਖੋਰਾ ਲੱਗਿਆ ਤੇ ਤੁਹਾਨੂੰ ਚਿੰਤਾ ਕਰਨੀ ਪਈ, ਇਹਦੇ ਤੇ ਜਥੇਦਾਰ ਸਾਹਿਬ ਖੁੱਲੇ ਮਨ ਦੇ ਨਾਲ ਫਿਰ ਚਿੰਤਨ ਕਰੋ, ਲੱਭੋ ਕੀ ਕਾਰਨ ਹੈ। ਜੇ ਤੁਹਾਡੇ ਕੋਲ ਬੈਠੇ ਲੋਕ ਨਹੀਂ ਦੱਸ ਸਕਦੇ, ਬਹੁਤ ਵਿਦਵਾਨ ਨੇ, ਜੇ ਤੁਸੀਂ ਉਹਨਾਂ ਨੂੰ ਬੁਲਾਓਗੇ, ਉਹਨਾਂ ਦੀ ਗੱਲ ਠਰਮੇ ਨਾਲ ਸੁਣੋਗੇ, ਤੇ ਪਤਾ ਲੱਗ ਜਾਊਗਾ ਕਿ ਇਹ ਸਿਧਾਂਤ ਕਿਉਂ ਕਰਦਾ ਗਿਆ। ਜੱਦਰ ਸਾਹਿਬ ਵੱਲੋਂ ਇਸ ਦੇ ਉੱਤੇ ਚਿੰਤਾ ਪ੍ਰਗਟ ਕਰਨਾ ਵੱਡੀ ਗੱਲ ਹੈ, ਪਰ ਚਿੰਤਾ ਦੇ ਮੁਕਾਬਲੇ ਚਿੰਤਨ ਕਰਨ ਦੀ ਜ਼ਰੂਰਤ ਹੈ। ਇੱਥੇ ਅਮਲਾਂ ਦੇ ਹੋਣਗੇ ਨਵੇੜੇ, ਜੇ ਕੋਈ ਅਮਲ ਕਰਾਂਗੇ ਤਾਂ ਉਹਦੇ ਵਿੱਚ ਤਬਦੀਲੀ ਹੋਵੇਗੀ। ਕੱਲੀ ਚਿੰਤਾ ਕਰਨ ਦੇ ਨਾਲ ਕੁਝ ਨਹੀਂ ਬਣਨਾ। ਔਰ ਲਗਾਤਾਰ ਸਾਡੇ ਚੁਫੇਰਿਓਂ ਹਮਲੇ ਹੋ ਰਹੇ ਨੇ ਜੀ, ਧਰਮ ਪਰਿਵਰਤਨ ਹੋ ਰਹੇ ਨੇ। ਧਰਮ ਪਰਿਵਰਤਨ ਕਿਉਂ ਹੋ ਰਹੇ ਨੇ, ਇਹ ਸਾਰੇ ਮਾਮਲੇ ਵੀ ਸਾਡੇ ਸਾਰਿਆਂ ਦੇ ਸਾਹਮਣੇ ਨੇ। ਸੋ ਜੱਦਰ ਸਾਹਿਬ, ਇਹਦੇ ਵਿੱਚ ਤੁਹਾਡਾ ਹੀ ਫਿਰ ਭੂਮਿਕਾ ਬਣਦੀ ਹੈ। ਤੁਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੱਖ ਵਿਦਵਾਨਾਂ ਨੂੰ ਬੁਲਾਓ। ਜੇ ਕੋਈ ਹੋਰ ਵੀ ਵਿਦਵਾਨ ਸਾਨੂੰ ਕੋਈ ਜਾਣਕਾਰੀ ਦਿੰਦਾ ਹੈ, ਉਹਨੂੰ ਵੀ ਬੁਲਾਓ। ਉਹਨਾਂ ਨੂੰ ਬੁਲਾ ਕੇ ਫਿਰ ਖੁੱਲ੍ਹੇ ਜੇ ਮਨ ਦੇ ਨਾਲ ਵਿਚਾਰਾਂ ਕਰੋ। ਉਹ ਕਿਸੇ ਦੇ ਗਿੱਟੇ ਤੇ ਵੱਜਦੀ ਹੈ। ਇਹ ਨਾ ਕਰਿਓ ਕਿ ਫਲਾਣੇ ਦੇ ਖਿਲਾਫ ਨਹੀਂ ਬੋਲਣਾ, ਢੀਂਗੜੇ ਦੇ ਖਿਲਾਫ ਨਹੀਂ ਬੋਲਣਾ। ਜਿਹੜਾ ਤੁਸੀਂ 3 ਮਈ ਨੂੰ ਉੱਥੇ ਬੁਲਾਇਆ ਸੀ, ਕਿ ਉਸ ਤੋਂ ਬਾਅਦ ਉਹਦੇ ਤੇ ਵੀ ਉਹ ਜਿੰਨੀ ਕਮੇਟੀ ਬਣਾਈ ਸੀ ਇੱਕਮਤ ਹੈਗੀ ਹੈ। ਉਹ ਸਾਰੀ ਕਮੇਟੀ ਮੈਂਬਰਾਂ ਦੇ ਵਿੱਚ ਮਤਭੇਦ ਕਿਉਂ ਨੇ? ਉਹਦਾ ਕਾਰਨ ਇੱਕੋ ਹੀ ਹੈ, ਤੁਹਾਨੂੰ ਵੀ ਪਤਾ ਹੈ।
ਤੇ ਜੇ ਉਹ ਕਾਰਨ ਮਿਟਾ ਦੇਵੋਗੇ ਤਾਂ ਫਿਰ ਤੁਹਾਨੂੰ ਦੁਬਾਰਾ ਇਸ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਏਗੀ। ਜੀ ਢਿੱਲੋਂ ਸਾਹਿਬ, ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ, ਜਿਹਦੇ ਵਿੱਚ ਇਹ ਮੰਗ ਰੱਖੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਤੋਂ ਅਸਤੀਫੇ ਲਏ ਜਾਣ। ਖਾਸ ਕਰ ਸੁਖਬੀਰ ਸਿੰਘ ਬਾਦਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦਾ ਅਸਤੀਫਾ ਲਿਆ ਜਾਵੇ। ਢੀਂਡਸਾ ਸਾਹਿਬ, ਸੁਖਦੇਵ ਸਿੰਘ ਢੀਂਡਸਾ ਵੀ ਮੁਲਾਕਾਤ ਕਰਨ ਪਹੁੰਚੇ ਸਨ ਕਾਰਜਕਾਰੀ ਜਥੇਦਾਰ ਸਾਹਿਬ ਦੇ ਨਾਲ। ਦੇਖੋ, ਸ਼੍ਰੋਮਣੀ ਅਕਾਲੀ ਦਲ ਸਾਡੀ ਸਿਰਮੌਰ ਜਥੇਬੰਦੀ ਸੀ, ਜਿਹਦਾ ਬਹੁਤ ਕੁਰਬਾਨੀਆਂ ਵਾਲਾ ਇਤਿਹਾਸ ਆ ਤੇ 100 ਸਾਲ ਤੋਂ ਵੱਧ ਦਾ ਇਤਿਹਾਸ ਹੋ ਗਿਆ ਜੀ। ਉਹਦੀ ਸਥਿਤੀ ਇਸ ਤਰ੍ਹਾਂ ਪਤਲੀ ਤੋਂ ਪਤਲੀ ਹੁੰਦੀ ਕਿਉਂ ਚਲੀ ਗਈ, ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ, ਤੇ ਉਹ ਖੁਦ ਵੀ ਪਹਿਲਾਂ ਅਕਾਲੀ ਦਲ ਦੇ ਵਿੱਚ ਹੀ ਸੀ, ਸਕੱਤਰ ਜਨਰਲ ਰਹੇ ਨੇ ਲੰਬਾ ਸਮਾਂ। ਉਹਨਾਂ ਤੋਂ ਵੱਧ ਤਾਂ ਸਕੱਤਰ ਜਨਰਲ ਕੋਈ ਨਹੀਂ ਹੋਣਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿੱਚੋਂ ਢੀਂਡਸਾ ਸਾਹਿਬ, ਭੁੰਦੜ ਸਾਹਿਬ, ਬ੍ਰਹਮਪੁਰਾ ਸਾਹਿਬ, ਤਲਵੰਡੀ ਸਾਹਿਬ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਹੁੰਦੇ ਸੀ। ਕੁਝ ਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ, ਤੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਢੀਂਡਸਾ ਸਾਹਿਬ, ਭੁੰਦੜ ਸਾਹਿਬ ਇੱਥੇ ਹੀ ਨੇ, ਪੁਰਾਣੇ ਸਾਥੀਆਂ 'ਚੋਂ ਹੈ। ਉਹ ਇਹ ਗੱਲ ਉਸੇ ਗੱਲ 'ਚੋਂ ਨਿਕਲਦੀ ਹੈ ਜਿਹੜਾ ਚਿੰਤਾ ਜਥੇਦਾਰ ਸਾਹਿਬ ਨੇ ਕੀਤੀ ਹੈ ਕਿ ਜੇ ਤੁਸੀਂ ਸਾਰਾ ਕੁਝ ਕਰਨਾ ਹੈ, ਇੱਥੇ ਕਿੰਨੇ ਅਕਾਲੀ ਦਲ ਬਣੇ ਫਿਰਦੇ ਨੇ। ਕੋਈ ਅਕਾਲੀ ਦਲ 1920 ਹੈ, ਕੋਈ ਸੁਤੰਤਰ ਹੈ, ਕੋਈ ਅੰਮ੍ਰਿਤਸਰ ਹੈ ਮਾਨ ਸਾਹਿਬ ਦਾ। ਇਹ ਸਾਰੇ ਜਿੰਨੇ ਪ੍ਰਧਾਨ ਤੁਰੇ ਫਿਰਦੇ ਆ, ਇਹਨਾਂ ਸਾਰਿਆਂ ਨੂੰ ਸੱਦੋ ਇੱਥੇ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਕਹੋ ਕਿ ਅਸਤੀਫਾ ਦਿਓ ਜੀ। ਤੇ ਫਿਰ ਤੁਹਾਡੀ ਰਹਿਨਮਾਈ ਦੇ ਹੇਠ ਇੱਥੇ ਬੈਠ ਕੇ ਨਵੇਂ ਅਕਾਲੀ ਦਲ ਦੀ ਸਿਰਜਣਾ ਕਰੋ। ਤੁਸੀਂ ਹੁਕਮ ਕਰੋ, ਇਹ ਸਾਰੇ ਬੈਠ ਕੇ ਇੱਕ ਮੰਚ ਤੇ ਇਕੱਤਰ ਹੋਣ। ਜਿੱਦਨੇ ਸਾਰੇ ਇੱਕ ਮੰਚ ਤੇ ਇਕੱਤਰ ਹੋ ਗਏ ਤੇ ਫਿਰ ਜਿਹੜੀ ਪੋਜੀਸ਼ਨ ਅੱਜ ਅਕਾਲੀ ਦਲ ਨੂੰ ਹਾਸਲ ਹੋਈ ਹੈ, ਇਸ ਤਰ੍ਹਾਂ ਦੀ ਗਿਰਾਵਟ ਘੱਟੋ ਘੱਟ ਮੈਂ ਪਹਿਲਾਂ ਕਦੇ ਦੇਖੀ ਨਹੀਂ ਕਿ ਇੱਥੋਂ ਤੱਕ ਅਕਾਲੀ ਦਲ ਚਲਿਆ ਗਿਆ ਹੋਵੇ ਕਿ ਸੀਟਾਂ ਹੀ 3। ਜਿਹੜੀ ਪਾਰਟੀ ਇਹ ਸੁਪਨਾ ਲੈਂਦੀ ਹੋਵੇ ਕਿ ਮੈਂ 25 ਸਾਲ ਰਾਜ ਕਰਨਾ ਹੈ, ਤੇ ਉਹ ਸੀਟਾਂ 3 ਤੇ ਸਿਮਟ ਕੇ ਰਹਿ ਜਾਵੇ। ਆ ਸੰਗਰੂਰ ਦੀ ਉਪਚੋਣ ਹੋ ਕੇ ਹਟੀ ਹੈ, ਉਹਦੇ ਵਿੱਚ ਵੀ ਇਸ ਪਾਰਟੀ ਨੂੰ 44,428 ਵੋਟਾਂ ਪਈਆਂ ਨੇ, ਜਿਹਦੇ ਵਿੱਚੋਂ ਦਾਅਵਾ ਕਰਦੇ ਆ ਬਹੁਜਨ ਸਮਾਜ ਪਾਰਟੀ ਵਾਲੇ ਕਿ 9 ਵਿਧਾਨ ਸਭਾ ਹਲਕੇ ਨੇ, ਹਰੇਕ ਦੇ ਵਿੱਚ 1100 ਦੇ ਲਗਭਗ ਤਾਂ ਸਾਡੀ ਵੋਟ ਵੀ ਪੱਕੀ ਹੈ ਜੀ। ਇਹਦਾ ਮਤਲਬ ਅਕਾਲੀ ਦਲ ਦੀ ਵੋਟ ਉੱਥੇ ਸਿਰਫ 34-35 ਹਜ਼ਾਰ 9 ਹਲਕਿਆਂ 'ਚ ਸਿਮਟ ਜਾਣਾ, ਭਾਵ 4000 ਐਵਰੇਜ ਪ੍ਰਤੀ ਹਲਕਾ ਰਹਿ ਜਾਣੀ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਸੋ ਜਿਹੜੀ ਗੱਲ ਢੀਂਡਸਾ ਸਾਹਿਬ ਨੇ ਕਹੀ ਆ, ਪਤਾ ਨਹੀਂ ਜਥੇਦਾਰ ਸਾਹਿਬ ਇਸ ਗੱਲ ਤੇ ਕੋਈ ਫੁੱਲ ਚੜਾਉਣਗੇ ਵੀ ਜੀ ਜਾਂ ਨਹੀਂ। ਜਥੇਦਾਰ ਸਾਹਿਬ ਦੀ ਹਾਲੇ ਤੱਕ ਉਹ ਗੱਲ ਤਾਂ ਕਿਸੇ ਨੇ ਮੰਨੀ ਨਹੀਂ ਕਿ ਇੱਥੇ ਆਪਣਾ ਚੈਨਲ ਚਲਾਓ, ਤੇ ਚਲਾਉਣ ਵਾਲੇ ਸਾਹਮਣੇ ਬੈਠੇ ਨੇ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ। ਤੇ ਧਾਮੀ ਸਾਹਿਬ ਨੇ ਮੇਰਾ ਖਿਆਲ ਹੈ ਇਹ ਗੱਲ ਜਿਹੜੀ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀ, ਉਹਨਾਂ ਨੇ ਖੱਬੇ ਕੰਨ 'ਚੋਂ ਪਾ ਕੇ ਸੱਜੇ ਪਾਸੇ ਕੱਢਤਾ, ਕਿਉਂਕਿ ਜਿਹੜੀ ਗੱਲ ਬਲਜੀਤ ਸਿੰਘ ਦਾਦੂਵਾਲ ਨੇ 3 ਮਈ ਦੇ ਪ੍ਰੋਗਰਾਮ 'ਚ ਕਹੀ ਸੀ ਕਿ ਤੁਸੀਂ ਇੱਕ ਕਿਰਪਾ ਕਰੋ, ਤੁਸੀਂ ਉੱਥੇ ਇੱਕ ਪਰਿਵਾਰ ਦੀ ਇਜਾਰੇਦਾਰੀ ਖਤਮ ਕਰ ਦਿਓ ਤੇ ਸਾਰਾ ਪੰਥ ਇੱਕ ਝੰਡੇ ਥੱਲੇ ਇਕੱਠਾ ਹੋ ਸਕਦਾ ਹੈ। ਹੁਣ ਤਾਂ ਕੋਈ ਹੋਰ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਕਹਿ ਰਹੇ ਨੇ ਕਿ ਪਰਿਵਾਰਵਾਦ ਦੀ ਸਿਆਸਤ ਨੇ, ਪਰਿਵਾਰਵਾਦ ਨੇ ਅਕਾਲੀ ਦਲ ਪੰਥ ਦਾ, ਅਕਾਲੀ ਦਲ ਨਹੀਂ ਪੰਥ ਦਾ ਬਹੁਤ ਵੱਡਾ ਨੁਕਸਾਨ ਕਰਤਾ। ਪਰਿਵਾਰਵਾਦ ਤੋਂ ਪੰਥ ਮੁਕਤ ਹੋਣਾ ਚਾਹੀਦਾ ਹੈ। ਤੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਗਮੀਤ ਸਿੰਘ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ, ਉਹਨਾਂ ਨੇ ਵੀ ਕਿਹਾ ਸੀ ਕਿ ਇੱਕ ਪਰਿਵਾਰ ਦੀਆਂ ਘੋੜੀਆਂ ਨਾ ਗਾਓ, ਜੇ ਅਕਾਲੀ ਦਲ ਬਚਾਉਣਾ ਹੈ ਤਾਂ ਫਿਰ ਇਹਦੀ ਮੁੜ ਸਰਜੀਤੀ ਲਈ ਉਹ ਕਾਰਨ ਲੱਭੋ, ਕਿੰਨਾ ਕਾਰਨਾਂ ਕਰਕੇ ਅਕਾਲੀ ਦਲ ਦੀ ਇਹ ਸਥਿਤੀ ਬਣੀ ਹੈ। ਤੇ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਸੀ, ਇਹਨਾਂ ਚੋਣਾਂ ਦੀ ਹਾਰ ਤੋਂ ਬਾਅਦ ਜਿਨ੍ਹਾਂ ਨੇ ਸਮੀਖਿਆ ਕੀਤੀ ਤੇ ਇਹ ਰਿਪੋਰਟ ਦਿੱਤੀ ਕਿ ਮੌਜੂਦਾ ਲੀਡਰਸ਼ਿਪ ਵਿੱਚ ਤਬਦੀਲੀ ਤੋਂ ਬਿਨਾਂ ਅਕਾਲੀ ਦਲ ਨੂੰ ਕਦਾ ਜਿਹੜਾ ਸਰੂਪ ਹੈ ਉਹ ਕਾਇਮ ਨਹੀਂ ਰੱਖਿਆ ਜਾ ਸਕਦਾ, ਤੇ ਅਜੇ ਵੀ ਉਹਦੇ ਵੱਲ ਕੋਈ ਨਹੀਂ ਕਰਦਾ। ਤੇ ਚਾਪਲੂਸਾਂ ਨੇ ਪਹਿਲਾਂ ਵੀ ਪਾਰਟੀਆਂ ਦੇ ਬੇੜੇ ਵਹਾਏ ਨੇ, ਤੇ ਹੁਣ ਵੀ ਜੇ ਚਾਪਲੂਸਾਂ ਨੇ ਇਸੇ ਤਰ੍ਹਾਂ ਹੀ ਕਰਦੇ ਰਹਿਣਾ ਤੇ ਫਿਰ ਨਹੀਂ,
ਜੇ ਅਸੀਂ ਅਕਾਲੀ ਦਲ ਦੀ ਸੁਰਜੀਤੀ ਕਰਨੀ ਹੈ, ਉਹੀ ਅਕਾਲੀ ਦਲ ਹੋਵੇ ਜਿਹਦਾ ਸੁਪਨਾ ਸਾਡੇ ਸ਼ਹੀਦਾਂ ਨੇ ਸਿਰਜਿਆ ਸੀ, ਤੇ ਫਿਰ ਇਹਦਾ ਮੂੰਹ ਮਹਾਂਦਰਾ ਤੇ ਇਹਦੇ ਵਿੱਚ ਤਬਦੀਲੀ ਕਰਨੀ ਪਏਗੀ। ਨਹੀਂ ਕਰਨਗੇ ਤਾਂ ਜਿੱਥੇ ਖੜੇ ਆ ਫਿਰ ਇਸ ਤੋਂ ਵੀ ਪਤਾ ਨਹੀਂ ਅਗਲਾ ਭਵਿੱਖ ਕੀ ਹੋਵੇਗਾ। ਜੀ ਢਿੱਲੋਂ ਸਾਹਿਬ, ਅਗਲੀ ਖਬਰ ਤੇ ਲਵਾਦੇ ਹਾਂ ਜੀ। ਅਗਲੀ ਖਬਰ ਵੀ ਕਾਫੀ ਚਰਚਾ ਦੇ ਵਿੱਚ ਰਹੀ ਹੈ, ਪੂਰਾ ਹਫਤਾ ਇਹਦੇ ਉੱਤੇ ਪ੍ਰੋਟੈਸਟ ਵੀ ਹੁੰਦੇ ਰਹੇ। ਮਾਮਲਾ ਮੱਤੇਵਾੜਾ ਜੰਗਲ ਦੇ ਨਾਲ ਜੁੜਿਆ ਹੋਇਆ। ਮੱਤੇਵਾੜਾ ਜੰਗਲ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਪ੍ਰੋਜੈਕਟ ਲਗਾਉਣਾ ਸੀਗਾ ਟੈਕਸਟਾਈਲ ਇੰਡਸਟਰੀ ਦਾ। ਇਸੇ ਦੇ ਚੱਲਦਿਆਂ ਲੋਕਾਂ ਨੇ ਵਿਰੋਧ ਕੀਤਾ। ਉੱਥੇ ਪੱਕਾ ਮੋਰਚਾ ਲਗਾਉਣ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਸ ਪ੍ਰੋਜੈਕਟ ਨੂੰ ਅਸੀਂ ਰੱਦ ਕਰਨ ਜਾ ਰਹੇ ਹਾਂ। ਇਹ ਪ੍ਰੋਜੈਕਟ ਪਾਸ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ ਜੀ। ਕੈਪਟਨ ਅਮਰਿੰਦਰ ਸਿੰਘ, ਮੇਰਾ ਖਿਆਲ ਨਹੀਂ ਵੀ ਕਦੇ ਉਹਨੂੰ ਮੱਤੇਵਾੜੇ ਦੇ ਬਾਰੇ ਪੂਰਾ ਗਿਆਨ ਹੋਵੇ। ਉਹ ਨਾ ਤਾਂ ਲੋਕਾਂ 'ਚ ਜਾਂਦੇ ਸੀ ਤੇ ਨਾ ਹੀ ਪਹਾੜਾਂ ਤੋਂ ਥੱਲੇ ਉਤਰੇ ਜੀ। ਉਹਨਾਂ ਦਾ ਹਰ ਬੰਦੇ ਦਾ ਆਪੋ ਆਪਣਾ ਸੁਭਾਅ ਹੁੰਦਾ, ਤੁਸੀਂ ਉਹਨੂੰ ਬਦਲ ਨਹੀਂ ਸਕਦੇ। ਕਹਿੰਦੇ ਆ ਕਿ ਯੂ ਕੈਨ ਚੇਂਜ ਐਵਰੀਥਿੰਗ ਬਟ ਯੂ ਕੈਨ ਨਾਟ ਚੇਂਜ ਦਾ ਟੈਂਪਰਾਮੈਂਟ ਆਫ ਦਾ ਪਰਸਨ। ਜੀ। ਕਿਸੇ ਬੰਦੇ ਦੇ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ। ਸੋ ਕੈਪਟਨ ਸਾਹਿਬ ਤੇ ਜਿਹੜਾ ਇਹ ਇਲਜ਼ਾਮ ਲੱਗਿਆ ਕਿ ਉਹ ਜਾਂਦੇ ਨਹੀਂ, ਉਦੋਂ ਇਹ ਮਿਲ ਹੋਇਆ ਤੇ ਉਦੋਂ ਬਾਅਦ ਜੇ ਕਿਸੇ ਨੇ ਇਹਦੇ ਤੇ ਵਿਰੋਧਤਾ ਕੀਤੀ ਸੀ ਉਦੋਂ ਵੀ ਹੁਣ ਵੀ ਉਹ ਕਰਦੇ ਸੀ। ਦੋ ਬੰਦੇ, ਸੁਖਪਾਲ ਸਿੰਘ ਖਹਿਰਾ ਜੀ ਤੇ ਪ੍ਰਗਟ ਸਿੰਘ। ਪ੍ਰਗਟ ਸਿੰਘ ਦਾ ਇਸ ਕਰਕੇ ਸਾਰੇ ਪਾਸੇ ਬਹੁਤ ਵੱਡਾ ਸਤਿਕਾਰ ਹੈ। ਉਹ ਆਪਣੀ ਕਿਸਮ ਦੇ ਆਗੂ ਨੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਹਿਣਾ ਪੈ ਗਿਆ ਕਿ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿਉਂਕਿ ਇਹ ਪ੍ਰੋਜੈਕਟ ਸਾਡੀ ਸਰਕਾਰ ਵੇਲੇ ਪਾਸ ਹੋਇਆ ਸੀ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸਣ, ਜਿਹੜੇ ਇਹਦੀ ਹਮਾਇਤ ਦੇ ਵਿੱਚ ਹੈ, ਕੈਪਟਨ ਅਮਰਿੰਦਰ ਸਿੰਘ ਤਾਂ ਅੱਜ ਵੀ ਹਮਾਇਤੀ ਬਣੇ ਖੜੇ ਨੇ ਜੀ। ਉਹਨਾਂ ਦਾ ਇੱਕ ਸੁਭਾਅ ਆ, ਉਹ ਜਿਹੜੀ ਗੱਲ ਤੇ ਖੜ ਜਾਣ ਉਹਦੇ ਤੋਂ ਟਸ ਤੋਂ ਮਸ ਨਹੀਂ ਹੁੰਦੇ, ਭਾਵੇਂ ਜੋ ਮਰਜ਼ੀ ਹੋ ਜਾਵੇ। ਇਸ ਵੇਲੇ ਵੀ ਸਥਿਤੀ ਇਸ ਕਿਸਮ ਦੀ ਧਰਮਿੰਦਰ ਜੀ ਵਾਪਰੀ। ਉਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਬਹੁਤ ਵਧੀਆ ਸੀ। ਆਮ ਪਹਿਲੀ ਗੱਲ। ਦੂਜੀ ਗੱਲ, ਕਈ ਲੋਕ ਇਹ ਕਹਿੰਦੇ ਨੇ ਕਿ ਇਹ ਮਾਮਲਾ ਗ੍ਰੀਨ ਟ੍ਰਿਬਿਊਨਲ ਦੇ ਕੋਲ ਸੁਣਵਾਈ ਅਧੀਨ ਹੈ ਜੀ। ਜੇ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਉਡੀਕ ਲਈ ਜਾਂਦੀ ਤਾਂ ਜ਼ਿਆਦਾ ਵਧੀਆ ਨਹੀਂ ਸੀ। ਤੇ ਆਮ ਚਰਚਾ 'ਚ ਇਹ ਹੈ ਕਿ ਇਹਨਾਂ ਨੇ ਪਾਣੀ ਜਿਹੜਾ ਸੀ ਅਣਸੋਧਿਆ ਪਾਣੀ ਧਰਤੀ ਦੇ ਵਿੱਚ ਪਾ ਦੇਣਾ ਸੀ ਜੀ। 950 ਏਕੜ ਜ਼ਮੀਨ ਹੈ। ਲੋਕਾਂ ਨੇ ਵਿਰੋਧ ਕੀਤਾ। ਉੱਥੇ ਪਬਲਿਕ ਐਕਸ਼ਨ ਕਮੇਟੀ ਬੜੀ, ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਗਏ। ਕਾਂਗਰਸ ਵੱਲੋਂ ਉਹਨਾਂ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ ਜੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆਂ, ਮਨਪ੍ਰੀਤ ਸਿੰਘ ਏਆਲੀ ਜੀ, ਇਹ ਉੱਥੇ ਹਾਜ਼ਰ ਸਨ। ਇਸ ਤੋਂ ਇਲਾਵਾ ਹੋਰ ਵੀ ਪਾਰਟੀਆਂ ਦੇ ਆਗੂ ਸਾਹਿਬਾਨ, ਸੁਰਜੀਤ ਸਿੰਘ ਗੜੀ ਬਸਪਾ ਵੱਲੋਂ, ਇਹਨਾਂ ਸਾਰਿਆਂ ਨੇ ਉੱਥੇ, ਜੇ ਕੋਈ ਨਹੀਂ ਸੀ ਤਾਂ ਉੱਥੇ ਨਹੀਂ ਸੀ ਤਾਂ ਆਮ ਆਦਮੀ ਪਾਰਟੀ ਦਾ ਕੋਈ ਆਗੂ ਨਹੀਂ ਸੀਗਾ ਜੀ। ਉਹਨਾਂ ਦੀ ਸਰਕਾਰ ਹੈ ਤੇ ਉੱਥੇ ਮਤਾ ਪਾਸ ਹੋ ਗਿਆ ਕਿ ਲੱਖੇ ਸਿਧਾਣੇ ਨੇ ਉੱਥੇ ਹੀ ਅਨਾਉਂਸਮੈਂਟ ਕਰਤੀ ਸੀ, ਇਸ਼ਾਰਾ ਹੋ ਗਿਆ ਸੀ। ਤੇ ਪਿਛਲੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਪਬਲਿਕ ਐਕਸ਼ਨ ਕਮੇਟੀ ਵਾਲੇ ਲੋਕ ਬੁਲਾਏ, ਜਿਨ੍ਹਾਂ ਨੇ ਉੱਥੇ ਜਾ ਕੇ ਇਹ ਗੱਲ ਕਹੀ ਤੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿਹਾ ਕਿ ਇਹ ਪ੍ਰੋਜੈਕਟ ਅਸੀਂ ਇੱਥੇ ਨਹੀਂ ਲਾਉਣਾ। ਉਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਕਹਿੰਦੇ ਆ ਜੀ ਅੰਮ੍ਰਿਤਸਰ ਲਾ ਦਿਓ ਜੀ, ਕੋਈ ਸੱਜਣ ਕਹਿੰਦੇ ਆ ਨੰਗਲ ਲਾ ਦਿਓ, ਕੋਈ ਕਹਿੰਦਾ ਸੁਲਤਾਨਪੁਰ ਲੋਧੀ ਲਾ ਦਿਓ। ਇਹ ਸਾਰਾ ਤੁਹਾਡਾ ਕੰਮ ਇਹ ਕਿਉਂ ਆ ਕਿ ਉਲਟੀ ਗੰਗਾ ਭਹੋਏ ਨੂੰ ਤੇ ਜਿੱਥੇ ਲਾਉਣਾ ਬਣਦਾ, ਜਿੱਥੇ ਕਾਟਨ ਮਿਲਣਾ ਟੈਕਸਟਾਈਲ ਵਾਸਤੇ, ਉਹ ਸਭ ਤੋਂ ਵਧੀਆ ਖੇਤਰ ਹੈ ਬਠਿੰਡਾ ਜੀ। ਹਾਲ ਹੀ ਦੇ ਵਿੱਚ ਤੁਸੀਂ ਉੱਥੇ ਭੋਗ ਪਾਇਆ ਤਾਪ ਬਿਜਲੀ ਘਰ ਦਾ ਤੇ ਨਵੀਂ ਜਗ੍ਹਾ ਲੈਣ ਦੀ ਲੋੜ ਵੀ ਨਹੀਂ ਜੀ। ਤਾਪ ਬਿਜਲੀ ਘਰ ਵਾਲੀ ਜਗ੍ਹਾ ਜਿਉਂ ਦੀ ਤਿਉਂ ਪਈ ਹੈ, ਉਹਨੂੰ ਢਾਇਆ ਜਾ ਰਿਹਾ ਹੈ ਤੇ ਉੱਥੇ ਨਿਗਾਹ ਬਹੁਤ ਸਾਰੇ ਮੰਤਰੀਆਂ ਸੰਤਰੀਆਂ ਦੀਆਂ, ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਵੇਲੇ ਇਹਦੇ ਵਿੱਚੋਂ ਧੂਆਂ ਨਹੀਂ ਨਿਕਲੇਗਾ, ਬੰਦ ਹੋਵੇਗਾ ਨਿਕਲਣਾ। ਇੱਕ ਸਰਕਾਰ ਅਕਾਲੀ ਭਾਜਪਾ ਜਿਨ੍ਹਾਂ ਨੇ 10 ਸਾਲ ਲਗਾਤਾਰ ਰਾਜ ਕੀਤਾ, 7 ਤੋਂ 17 ਜੀ, ਇਸ ਪ੍ਰੋਜੈਕਟ ਦੇ ਉੱਤੇ, ਇਹਨੂੰ ਨਿਭਾਉਣ ਦੇ ਉੱਤੇ ਉਹ 750 ਕਰੋੜ ਦੇ ਕਰੀਬ ਰੁਪਈਆ ਖਰਚ ਗਏ ਪੰਜਾਬ ਦੇ ਟੈਕਸਾਂ ਦਾ, ਤੇ ਦੂਜਿਆਂ ਨੇ ਆ ਕੇ ਰੱਦ ਕਰਤਾ ਜੀ। ਤੇ ਮੌਜੂਦਾ ਸਰਕਾਰ ਇਸ ਗੱਲ ਦੀ ਇਨਕੁਆਇਰੀ ਕਿਉਂ ਨਹੀਂ ਕਰਾਉਂਦੀ ਕਿ ਦੋਨਾਂ ਦੇ ਵਿੱਚੋਂ ਗਲਤ ਕਿਹੜਾ ਸੀ? ਜੇ ਇਹਨਾਂ ਨੇ ਟੈਕਸਟਾਈਲ ਮਿਲ ਲਾਉਣਾ ਹੈ ਤਾਂ
ਉਹ ਤਾਪ ਬਿਜਲੀ ਘਰ ਵਾਲੀ ਜਗ੍ਹਾ ਹੈ ਵੀ ਸ਼ਹਿਰ 'ਚ ਜੀ, ਜਗ੍ਹਾ ਵੀ ਕਾਫੀ ਹੈ, ਆਸੇ ਪਾਸੇ ਬੜਾ ਸੁੰਦਰ ਇਲਾਕਾ ਹੈ, ਝੀਲਾਂ ਬਣੀਆਂ ਹੋਈਆਂ ਨੇ, ਸੈਰਗਾਹ ਵੀ ਹੈ, ਉੱਥੇ ਲਾ ਲਿਆ ਜਾਵੇ। ਤੇ ਉਹ 6 ਜ਼ਿਲ੍ਹੇ ਇਹੋ ਜਿਹੇ ਨੇ, ਬਰਨਾਲਾ, ਸੰਗਰੂਰ ਦਾ ਹਿੱਸਾ, ਮਾਨਸਾ, ਮੁਕਤਸਰ ਜੀ, ਫਰੀਦਕੋਟ ਦਾ ਵੀ ਕੁਝ ਹਿੱਸਾ ਤੇ ਅਬੋਹਰ ਫਾਜ਼ਿਲਕਾ ਦਾ ਖੇਤਰ, ਜਿੱਥੇ ਨਰਮਾ ਹੁੰਦਾ ਹੈ। ਤੇ ਫਿਰ ਜਿੱਥੇ ਨਰਮਾ ਹੁੰਦਾ ਹੈ ਉੱਥੇ ਲਾਓ। ਤੇ ਫਿਰ ਤੁਸੀਂ ਗੱਠਾ ਬੰਨ੍ਹ ਕੇ ਪਹਿਲਾਂ ਅੰਮ੍ਰਿਤਸਰ ਲੈ ਕੇ ਜਾਓਗੇ ਜਾਂ ਗੋਇੰਦਵਾਲ ਲੈ ਕੇ ਜਾਓਗੇ। ਇਹਦੇ ਵਾਸਤੇ ਚੰਗੀ ਗੱਲ ਇਹ ਹੈ, ਜੇ ਚਾਹੁਣ ਜਿਹੜੇ ਵਿਧਾਇਕ ਇਹਨਾਂ 6 ਜ਼ਿਲ੍ਹਿਆਂ ਨਾਲ ਸੰਬੰਧਿਤ ਹੈ, ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਸ ਗੱਲ ਦਾ ਜ਼ੋਰ ਪਾਉਣ ਕਿ ਇਹ ਉਹ ਜਗ੍ਹਾ ਹੈ ਜਿਹਦੇ ਵਾਸਤੇ ਹੋਰ ਜਗ੍ਹਾ ਖਰੀਦਣ ਦੀ ਜ਼ਰੂਰਤ ਨਹੀਂ, ਔਰ ਬਠਿੰਡੇ ਨੂੰ ਇੱਕ ਵਧੀਆ ਟੈਕਸਟਾਈਲ ਮਿਲ ਸਕਦਾ ਹੈ। ਰੇਲ ਲਿੰਕ ਵੀ ਚਾਰੇ ਪਾਸੇ ਆ। ਬਠਿੰਡਾ ਭਾਰਤ ਦਾ ਇੱਕੋ ਇੱਕ ਖੇਤਰ ਹੈ ਜਿੱਥੇ ਸਭ ਤੋਂ ਵੱਧ ਇੱਕ ਥਾਂ ਦੇ ਉੱਤੇ ਪੈਂਦੀਆਂ ਨੇ ਰੇਲਵੇ ਲਾਈਨਾਂ 7। ਬਠਿੰਡੇ ਦਾ ਦੂਜਾ ਜੰਕਸ਼ਨ ਵੱਡਾ ਨਹੀਂ ਕੋਈ ਹੋਰ, ਬਠਿੰਡਾ ਇੱਕੋ ਇੱਕ ਜੰਕਸ਼ਨ ਆ ਜਿਹੜਾ ਭਾਰਤ ਦਾ ਸਭ ਤੋਂ ਵੱਡਾ। ਪਰ ਅਸੀਂ ਮੁਗਲ ਸਰਾਏ ਨੂੰ ਮੰਨਦੇ ਹਾਂ, ਉੱਥੇ ਵੀ ਇੱਕ ਥਾਂ ਤੇ 7 ਨਹੀਂ ਹੈਗੀਆਂ, ਦੂਜੀਆਂ ਲਾਈਨਾਂ ਥੋੜ੍ਹੀਆਂ ਜਿਹਾ ਹਟ ਕੇ ਹੈ। ਤੇ ਬਠਿੰਡੇ ਦੇ ਵਿੱਚ ਸਭ ਤੋਂ ਵੱਡਾ ਜੰਕਸ਼ਨ ਹੈ। ਗੰਗਾ ਨਗਰ, ਉੱਥੇ ਵੀ ਨਰਮਾ ਬਹੁਤ ਹੁੰਦਾ, ਬਿਲਕੁਲ ਨਾਲ ਲਿੰਕ ਹੈ। ਹਰਿਆਣੇ ਦਾ ਡੱਬਲ ਹੀ ਖੇਤਰ, ਸੰਗਰੀਆ, ਹਨੂਮਾਨਗੜ੍ਹ ਜਿਹੜੇ ਕਾਟਨ ਦੇ ਵੱਡੇ ਉਹ ਨੇ, ਉੱਥੇ ਕਾਫੀ ਜ਼ਿਆਦਾ ਹੁੰਦਾ ਹੈਗਾ। ਭਾਵ ਇਹ ਕੇਂਦਰ ਦੇ ਵਿੱਚ ਹੈ। ਜੇ ਬਠਿੰਡੇ ਨੂੰ ਟੈਕਸਟਾਈਲ ਮਿਲ ਦੇ ਦਿੱਤੀ ਜਾਵੇ, ਪ੍ਰੋਜੈਕਟ ਲਾ ਲਿਆ ਜਾਵੇ, 7 ਲੱਗਣੇ ਨੇ, ਤਾਂ ਮੈਂ ਸਮਝਦਾ ਕਿ ਇਹਦੇ ਵਾਸਤੇ ਸਾਡੇ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਦੇ ਕੱਪੜਾ ਮੰਤਰਾਲੇ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਪ੍ਰੋਜੈਕਟ ਉੱਥੇ ਲੈ ਕੇ ਆਉਣਾ ਚਾਹੀਦਾ ਹੈ। ਤੇ ਜਿਹੜੇ 7 ਇਹਨਾਂ ਨੇ ਇੱਥੋਂ ਚੁਣ ਕੇ ਭੇਜੇ ਨੇ ਰਾਜ ਸਭਾ ਦੇ ਮੈਂਬਰ, ਉੱਥੇ ਨਮੂਨੇ ਬਣਾ ਕੇ ਨਹੀਂ ਭੇਜੇ ਜੀ। ਇੱਕ ਰਾਘਵ ਚੱਡੇ ਦੇ ਬਿਆਨ ਬੂਨ ਤਾਂ ਕਦੇ ਆ ਜਾਂਦੇ, ਜਾਂ ਸੰਤ ਸੀਚੇਵਾਲ ਸਾਹਿਬ ਦੇ ਆ ਜਾਂਦੇ, ਬਾਕੀ ਤਾਂ ਕੋਈ ਬੋਲਦਾ ਹੀ ਨਹੀਂ ਜੀ। ਇਹ ਗੂੰਗੇ ਤੋਤਿਆਂ ਦੀ ਜ਼ਰੂਰਤ ਨਹੀਂ ਸੀ ਸਾਨੂੰ, ਉੱਥੇ ਸਾਨੂੰ ਜ਼ਰੂਰਤ ਹੈ ਜਿਹੜੇ ਬੰਦੇ ਪੰਜਾਬ ਦੇ ਮਸਲੇ ਰੱਖਣ ਜੀ। ਤੇ ਨਾਲ ਹੀ ਢਿੱਲੋਂ ਸਾਹਿਬ, ਵੱਖਰੀ ਵਿਧਾਨ ਸਭਾ ਦਾ ਮਸਲਾ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਕੇਂਦਰ ਵੱਲੋਂ ਹਰਿਆਣਾ ਨੂੰ ਵੱਖਰੀ ਥਾਂ ਦੇਣ ਦਾ ਐਲਾਨ ਕੀਤਾ ਗਿਆ ਤੇ ਇਸੇ ਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਵੱਖਰੀ ਥਾਂ ਮੰਗ ਲਈ, ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਕੇ ਟਵੀਟ ਕਰ ਦਿੱਤਾ ਤੇ ਵਿਰੋਧੀਆਂ ਨੇ ਜੰਮ ਕੇ ਰਗੜੇ ਲਾਏ। ਫਿਰ ਦੇਖੋ, ਜਿਹੜਾ ਇਹ ਸ਼ੁਰੂਆਤ ਕੀਤਾ ਰਾਜਸਥਾਨ ਦੇ ਵਿੱਚ ਜਿਹੜਾ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਹੋਈ ਸੀ ਜੀ, ਉਹਦੀ ਪ੍ਰਧਾਨਗੀ ਕੀਤੀ ਸੀਗੀ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਜੀ। ਉਹਦੇ ਵਿੱਚ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਦੇ ਮੁੱਖ ਮੰਤਰੀ ਸਾਹਿਬਾਨ, ਹਿਮਾਚਲ, ਇਹ ਉੱਥੇ ਪਧਾਰੇ ਸੀ ਜੀ। ਇਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਹਰਿਆਣੇ ਨੂੰ ਵੱਖਰੀ ਅਸੀਂ ਜਗ੍ਹਾ ਚੰਡੀਗੜ੍ਹ 'ਚ ਦੇਣ ਲੱਗੇ ਹਾਂ। ਅਗਲੇ ਦਿਨ ਕਹਿੰਦੇ ਜੀ ਸਾਡੇ ਮੁੱਖ ਮੰਤਰੀ ਦਾ ਟਵੀਟ ਆ ਗਿਆ ਵੀ ਸਾਨੂੰ ਵੀ ਵੱਖਰੀ ਵਿਧਾਨ ਸਭਾ ਦਾ ਮੌਕਾ ਦਿਓ ਜੀ। ਤੇ ਵਿਰੋਧੀ ਤਰ੍ਹਾਂ ਦੇ ਨਿਸ਼ਾਨੇ ਤੇ ਆ ਗਏ। ਅੱਜ ਤੱਕ ਮੁੱਖ ਮੰਤਰੀ ਨੇ ਸਪਸ਼ਟ ਨਹੀਂ ਕੀਤਾ ਉਹ ਟਵੀਟ ਉਹਨਾਂ ਦਾ ਸੀ ਜਾਂ ਉਹਨਾਂ ਵੱਲੋਂ ਕਿਸੇ ਨੇ ਜਾਰੀ ਕੀਤਾ ਉਹਦੇ IT ਸੈੱਲ ਵੱਲੋਂ ਜੀ। ਤੇ ਫਿਰ ਵਿਰੋਧੀਆਂ ਦੇ ਨਿਸ਼ਾਨੇ ਤੇ ਤਾਂ ਆਉਣਾ ਹੀ ਸੀ। ਉਹਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ, ਰਾਜਾ ਵੜਿੰਗ, ਬਾਜਵਾ ਸਾਹਿਬ ਤੇ ਹੋਰ ਵੱਖ-ਵੱਖ ਆਗੂਆਂ ਨੇ ਫਿਰ ਘੇਰ ਲਿਆ ਭਗਵੰਤ ਸਿੰਘ ਮਾਨ ਨੂੰ ਵੀ। ਪੰਜਾਬ, ਚੰਡੀਗੜ੍ਹ ਤਾਂ ਹੈ ਹੀ ਪੰਜਾਬ ਦਾ ਉਜਾੜਾ ਕਰਕੇ ਬਣਿਆ। ਸਾਰੇ ਆਗੂ, ਖਾਸ ਕਰ ਵਿਰੋਧੀ ਧਿਰ ਦੇ ਆਗੂ, ਪ੍ਰਤਾਪ ਸਿੰਘ ਬਾਜਵਾ ਜੀ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਰਾਜਾ ਵੜਿੰਗ, ਇਹਨਾਂ ਸਾਰਿਆਂ ਨੇ ਆੜੇ ਹੱਥੀ ਲਿਆ ਕਿ ਸ਼੍ਰੀਮਾਨ ਜੀ ਤੁਸੀਂ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਡਿਲਿਊਟ ਕਰਨ ਵਾਲੇ ਪਾਸੇ ਕਿਉਂ ਲੱਗੇ ਹੋ ਜੀ। ਇਸ ਮਾਮਲੇ ਦੇ ਵਿੱਚ ਫਿਰ ਅਜੇ ਤੱਕ ਬਾਅਦ ਦੇ ਵਿੱਚ ਇਹਨਾਂ ਦਾ ਇੱਕ ਬੁਲਾਰਾ ਉਹਨੇ ਕਹਿਤਾ 1 ਇੰਚ ਜ਼ਮੀਨ ਨਹੀਂ ਛੱਡਾਂਗੇ। ਇਹ ਮੌਕਾ ਦੂਜਿਆਂ ਨੂੰ ਵੀ ਮਿਲ ਗਿਆ ਬੋਲਣ ਦਾ। ਮੈਂ ਪਹਿਲਾਂ ਕਹਿਣਾ ਹੁੰਦਾ ਕਿ ਕੋਈ ਵੀ ਗੱਲ ਜਦੋਂ ਕਰਨੀ ਹੈ, ਖਾਸ ਕਰ ਸਰਕਾਰ ਵਾਲੇ ਪਾਸਿਓਂ 100 ਵਾਰ ਸੋਚੋ ਜੀ, ਉਸ ਤੋਂ ਬਾਅਦ ਬਿਆਨਬਾਜ਼ੀ ਕੀਤੀ ਜਾਵੇ। ਜਦੋਂ ਵੀ ਜਿਹੜੇ ਰਾਜ ਨਵੇਂ ਬਣੇ ਨੇ ਉਹਨਾਂ ਨੇ ਆਪਣੀਆਂ ਰਾਜਧਾਨੀਆਂ ਵੀ ਨਵੀਆਂ ਬਣਾਈਆਂ ਨੇ ਤੇ ਉਹਨਾਂ ਨੇ ਆਪਣੀਆਂ ਵਿਧਾਨ ਸਭਾਵਾਂ ਵੀ ਨਵੀਆਂ ਬਣਾਈਆਂ ਨੇ, ਉਹਨਾਂ ਨੇ ਆਪਣੀਆਂ ਹਾਈ ਕੋਰਟਾਂ ਵੀ ਨਵੀਆਂ ਬਣਾਈਆਂ ਨੇ। ਪੰਜਾਬ ਨੂੰ ਉਜਾੜ ਕੇ ਚੰਡੀਗੜ੍ਹ ਦਾ ਨਿਰਮਾਣ ਹੋਇਆ ਸੀ ਤੇ ਚੰਡੀਗੜ੍ਹ ਪੰਜਾਬ ਦਾ ਕਿਹਾ ਜਾਂਦਾ ਸੀ, ਇੱਕ ਕਵਿਤਾ ਹੁੰਦੀ ਸੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ
ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਜੀ। ਤੇ ਅੱਜ ਜੇ ਤੁਸੀਂ ਆਪ ਹੀ ਦਾਅਵਾ ਛੱਡਣਾ ਤੁਰ ਪਏ ਹੋ, ਇਹ ਫਿਰ ਮੰਦਭਾਗਾ ਹੈ। ਇਹਦੇ ਤੇ ਤਾਂ ਹੀ ਤਾਂ ਫਿਰ ਸਰਕਾਰ ਦੀ ਕਿਰਕਰੀ ਹੋਈ ਹੈ। ਜੀ ਜੀ। ਤੇ ਢਿੱਲੋਂ ਸਾਹਿਬ, ਨਾਲ ਹੀ ਨਰਮੇ ਦੀ ਫਸਲ ਦੇ ਉੱਤੇ ਇੱਕ ਵਾਰ ਫਿਰ ਕੀਟਾਂ ਨੇ ਹਮਲਾ ਕੀਤਾ ਹੈ, ਖਾਸ ਕਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ, ਜਿਸ ਤੋਂ ਬਾਅਦ ਸਾਡੇ ਖੇਤੀਬਾੜੀ ਮੰਤਰੀ ਪੰਜਾਬ ਦੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਟੀਮਾਂ ਬਣਾ ਕੇ ਜਾਇਜ਼ਾ ਲਿਆ ਗਿਆ। ਖੁਦ ਵੀ ਉਹ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਹੈ ਕਿ ਇਹਨਾਂ ਦੀ ਜਾਂਚ ਕੀਤੀ ਜਾਵੇਗੀ ਤੇ ਖਾਸ ਤੌਰ ਦੇ ਉੱਤੇ ਨਕਲੀ ਬੀਜਾਂ ਦਾ ਮਾਮਲਾ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਕੋਈ ਪਹਿਲਾ ਨਹੀਂ, ਅੱਜ ਜਿਹੜੇ ਦੂਜੇ ਜਾ ਕੇ ਉੱਥੇ ਸਵਾਲ ਠਾ ਰਹੇ ਨੇ ਕਿ ਆਹ ਮੂੰਗੀ ਤੇ ਹੋ ਗਿਆ, ਜਾਹ ਹੋ ਗਿਆ, ਫਲਾਨਾ ਹੋ ਗਿਆ, ਤੇ ਬੀਬੀ ਹਰਸਿਮਰਤ ਕੌਰ ਵੀ ਗਏ ਸੀ ਪਿੱਛੇ ਜੀ। ਉਹ ਵੀ ਮਾਨਸਾ ਏਰੀਏ 'ਚ ਚੈੱਕ ਕਰਕੇ ਕਿ ਉਹਨਾਂ ਦਾ ਲੋਕ ਸਭਾ ਦਾ ਹਲਕਾ ਹੈ। ਉਹ ਇਹ ਦੱਸਣਾ ਭੁੱਲ ਗਏ ਕਿ ਉਹਨਾਂ ਵੇਲੇ ਜਿਹੜੀਆਂ ਨਕਲੀ ਕੀੜੇ ਮਾਰ ਦਵਾਈਆਂ, ਬੀਟੀ ਕਾਟਨ ਤੇ ਹੋਰ ਮਾਮਲਾ ਉੱਠਿਆ ਸੀ, ਚਿੱਟੀ ਮੱਖੀ ਦਾ ਉੱਠਿਆ ਸੀ, ਉਦੋਂ ਜਦੋਂ ਨਕਲੀ ਦਵਾਈਆਂ ਆਈਆਂ, ਕੰਪਨੀਆਂ ਵਾਲਿਆਂ ਨੇ ਉਹਨਾਂ ਦੇ ਮੰਤਰੀਆਂ ਤੱਕ ਪੈਸੇ ਪਹੁੰਚਾਉਣ ਦਾ ਯਤਨ ਕੀਤਾ। ਉਹਦੇ ਤੇ ਕਾਰਵਾਈ ਹੁਣ ਤੱਕ ਕੀ ਹੋਈ ਹੈ ਜੀ। ਉਸੇ ਤਰ੍ਹਾਂ ਧਾਲੀਵਾਲ ਸਾਹਿਬ ਚਲੇ ਗਏ, 37 ਟੀਮਾਂ ਬਣਾ ਲਈਆਂ ਤੇ 37 ਟੀਮਾਂ ਕਹਿੰਦੇ ਜੀ ਤਕਰੀਬਨ 600 ਖੇਤਰਾਂ ਦਾ ਦੌਰਾ ਕਰਨਗੀਆਂ ਜੀ। ਆਪ ਇਹ ਬਠਿੰਡੇ ਦੇ ਪਿੰਡ ਜੋਧਪੁਰ ਰਮਾਣਾ 'ਚ ਗਏ, ਹੋਰ ਥਾਵਾਂ ਤੇ ਵੀ ਗਏ, ਜਿੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਇਹਦੀ ਸਾਰੇ ਉਹ ਦਿਨ ਪੁੱਗ ਗਏ, ਜਾਂਚਾਂ ਕਰਾਵਾਂਗੇ। ਉਦੋਂ ਬਾਅਦ ਟੀਮਾਂ ਨਮੂਨੇ ਵੀ ਲੈਣ ਲੱਗ ਗਈਆਂ ਤੇ ਪਹਿਲਾਂ ਕਿਹੜਾ ਮਹੂਰਤ ਤੋਂ ਉਡੀਕਦੀਆਂ ਸੀ। ਧਾਲੀਵਾਲ ਸਾਹਿਬ ਤੁਸੀਂ ਪਹਿਲਾਂ ਜਾ ਆਉਂਦੇ, ਇਹਦੇ ਵਿੱਚ ਤੁਸੀਂ ਭੱਜ ਨਹੀਂ ਸਕਦੇ। 16 ਮਾਰਚ ਨੂੰ ਸਹੁੰ ਚੱਕੀ ਆ ਭਗਵੰਤ ਸਿੰਘ ਮਾਨ ਨੇ, ਤੇ ਇੱਥੇ ਨਕਲੀ ਬੀਜਾਂ ਦਾ ਮਾਮਲਾ ਆਇਆ ਕਿ 20 ਲੱਖ ਪੈਕਟ ਵੰਡ ਦਿੱਤਾ ਗਿਆ ਹੈ ਜੀ। ਆਇਆ ਗੁਜਰਾਤ ਤੋਂ ਹੈ, ਇਹ ਗੁਜਰਾਤ ਮਾਡਲ ਦਾ ਵੀ ਸੀ ਤੇ ਪੰਜਾਬ ਦਾ ਮਾਫੀਆ ਹੈ ਜੀ। ਇਹ ਰਲ ਕੇ ਕਿਸਾਨਾਂ ਨੂੰ ਲੁੱਟ ਲਿਆ। ਕਿਵੇਂ? 750 ਰੁਪਈਆ, 760 ਰੁਪਏ ਇੱਕ ਪੈਕਟ ਇਸ ਬੀਜ ਦੀ ਕੀਮਤ ਆ, ਤੇ ਵੇਚਿਆ ਕਿੰਨੇ 'ਚ ਗਿਆ? 1200 ਤੋਂ ਲੈ ਕੇ 1500 ਰੁਪਈਆ ਜੀ। ਜੇ ਤੁਸੀਂ ਕਹੋ ਕਿ ਇਕੱਲੇ ਕਿਸਾਨ, ਇਹਦਾ ਮਤਲਬ ਖੇਤੀ ਵਿਭਾਗ ਦੇ ਵਿੱਚ ਵੀ ਕੁਝ ਇਹ ਪੁੱਠਾ ਸਿੱਧਾ ਕਰਨ ਵਾਲੀਆਂ ਤਾਕਤਾਂ ਸ਼ਾਮਲ ਨੇ ਜੀ। ਦੀਵੇ ਥੱਲੇ ਹਨੇਰਾ ਹੋ ਗਿਆ। ਧਾਲੀਵਾਲ ਸਾਹਿਬ ਤੁਸੀਂ ਤਾਂ ਜ਼ਮੀਨਾਂ ਭਾਲਦੇ ਰਹੇ, ਪੰਚਾਇਤੀ ਜ਼ਮੀਨਾਂ, ਤੇ ਤੁਹਾਡੇ ਮਹਿਕਮੇ ਦੇ ਵਿੱਚ ਆ ਕਾਲਾ ਮਾਲਾ ਹੋ ਗਿਆ, ਇੰਨਾ ਬੀਜ ਵਿਕ ਗਿਆ। ਕਿਉਂ ਵਿਕਿਆ? ਤੇ ਕਿਉਂਕਿ ਨਰਮੇ ਦੀ ਬਿਜਾਈ ਹੁੰਦੀ ਹੈ ਕਣਕ ਵੱਢ ਕੇ, ਕਣਕ ਵੱਢਦੇ ਹਾਂ ਅਸੀਂ ਅਪ੍ਰੈਲ 'ਚ, ਇਹ ਬਿਜਾਈ ਹੁੰਦੀ ਹੈ ਮਈ ਦੇ ਪਹਿਲੇ ਹਫ਼ਤੇ, ਤੇ ਫਿਰ ਇਹ ਤਾਂ ਤੁਹਾਡੇ ਤੇ ਬਣਿਆ ਨਾ ਕਿ ਤੁਹਾਡੇ ਰਾਜ ਦੇ ਵਿੱਚ ਇਹ ਵਿਕ ਗਿਆ। ਹੁਣ ਇਹਦੀ ਰਿਪੋਰਟ ਕਦੋਂ ਆਊਗੀ? ਤੇ ਹੁਣ ਜਾ ਕੇ ਜਿਹੜੀਆਂ ਖਾਦਾਂ ਤੇ ਕੀੜੇ ਮਾਰ ਦਵਾਈਆਂ ਵਿਕਦੀਆਂ ਨਹੀਂ, ਪਾਬੰਦੀਸ਼ੁਦਾ ਨੇ, ਉਹ ਵਿਕ ਰਹੀਆਂ ਨੇ ਇੱਥੇ। ਕੌਣ ਜ਼ਿੰਮੇਵਾਰ ਆ ਉਹਦੇ ਵਾਸਤੇ? ਧਾਲੀਵਾਲ ਸਾਹਿਬ ਇਹਦਾ ਜਵਾਬ ਤੁਹਾਨੂੰ ਦੇਣਾ ਪਊਗਾ। ਇਹ ਗਏ, ਜਿਹੜੀ ਬੈਂਗਲੌਰ ਮੀਟਿੰਗ ਹੋਈ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਤੋਮਰ ਦੇ ਨਾਲ, ਜਿਹੜੀ ਸਾਰੇ ਭਾਰਤ ਦੇ, ਉਹਦੇ ਵਿੱਚ ਵੀ ਉਹਨਾਂ ਨੇ ਮਸਲਾ ਉਠਾਇਆ ਕਿ ਪੰਜਾਬ ਦੇ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਵਾਸਤੇ ਪੈਸੇ ਦਿਓ, ਪੰਜਾਬ ਨੂੰ ਪੈਕੇਜ ਦਿਓ। ਕਈ ਗੱਲਾਂ ਬਾਤਾਂ ਉੱਥੇ ਜਾ ਕੇ ਉਹਨਾਂ ਨੇ ਕੀਤੀਆਂ। ਜੇ ਨਰਿੰਦਰ ਤੋਮਰ ਇੰਨਾ ਕੁਝ ਕਰਨ ਵਾਲਾ ਹੁੰਦਾ ਤਾਂ ਕਿਸਾਨੀ ਅੰਦੋਲਨ ਪਹਿਲੇ ਦਿਨ ਦਾ ਮੁੱਕ ਜਾਂਦਾ ਜੀ। ਉਹਦੇ ਪੱਲੇ ਕੀ ਹੈ? ਉਹਨੂੰ ਤੁਸੀਂ ਜਾਏ 2 ਦਿਨ ਬੈਂਗਲੌਰ ਦੀ ਸੈਰ ਕਰਿਆ ਏ, ਗੱਲਾਂ ਬਾਤਾਂ ਕਰਿਆ ਏ, ਨਿਕਲਣਾ ਨਿਕਲਾਉਣਾ ਕੁਛ ਨਹੀਂ। ਤੁਰ ਫਿਰ ਕੇ ਤੁਸੀਂ ਆਪਣੇ ਜ਼ਿਲ੍ਹੇ, ਆਪਣੇ ਪੰਜਾਬ ਦੇ ਵਿੱਚ ਜਿਹੜਾ ਨਰਮਾ, ਨਕਲੀ ਕੀੜੇ ਮਾਰ ਦਵਾਈਆਂ ਤੇ ਨਕਲੀ ਖਾਦਾਂ ਆ ਰਹੀਆਂ ਨੇ, ਪਾਬੰਦੀਸ਼ੁਦਾ ਚੀਜ਼ਾਂ ਵਿਕ ਰਹੀਆਂ ਨੇ, ਉਹਦੇ ਬਾਰੇ ਲੋਕਾਂ ਦੇ ਵਿੱਚ ਆ ਕੇ ਦੱਸੋ ਕਿ ਕੀ ਹੈ। ਅਸੀਂ ਤੁਹਾਨੂੰ ਸਭ ਦੂਜਿਆਂ ਨਾਲੋਂ ਜ਼ਿਆਦਾ ਬਿਹਤਰ ਸਮਝਦੇ ਹਾਂ। ਤੁਸੀਂ ਪੂਰੀ ਜਰਨੈਲੀ ਕਰਦੇ ਹੋ, ਪਰ ਤੁਹਾਡੇ ਮਹਿਕਮੇ 'ਚ ਜਿਹੜਾ ਦੀਵੇ ਥੱਲੇ ਹਨੇਰਾ ਹੋਇਆ, ਇਹਦੀ ਰਿਪੋਰਟ ਕਿੰਨੇ ਦਿਨਾਂ 'ਚ ਦਿਓਗੇ? ਪੰਜਾਬ ਦੇ ਲੋਕ ਉਡੀਕ ਕਰਨਗੇ। ਜੀ। ਢਿੱਲੋਂ ਸਾਹਿਬ, ਜਾਂਦੇ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ। ਪੰਜਾਬ ਫੇਰੀ ਦੇ ਦੌਰਾਨ ਉਹਨਾਂ ਨੂੰ ਅੜਚਨਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਦੇ ਉੱਤੇ ਜਿਹੜੇ ਜਾਮ ਲੱਗੇ ਹੋਏ ਸੀ, ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ। ਇਸ ਦੀ ਹੁਣ ਇੱਕ ਰਿਪੋਰਟ ਕਮੇਟੀ ਵੱਲੋਂ ਰਿਪੋਰਟ ਬਣਾਈ ਗਈ ਸੀ ਕਿ ਉਹ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਗਈ ਹੈ। ਜਿਸ ਵੇਲੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਫਿਰੋਜ਼ਪੁਰ ਦੇ ਵਿੱਚ ਆਏ ਤਾਂ ਮੌਸਮ ਬਹੁਤ ਖਰਾਬ ਸੀ, ਮੀਂਹ ਪੈ ਰਿਹਾ ਸੀ ਜੀ। ਇਹ ਉਸੇ ਵੇਲੇ ਤੋਂ ਸਵਾਲਾਂ ਦਾ ਘੇਰਾ ਸ਼ੁਰੂ ਹੋ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਵੱਡਾ ਸਾਰਾ ਜਹਾਜ਼ ਲੈ ਲਿਆ ਜੀ। ਚੌਪਰ ਉਹਨਾਂ ਕੋਲੇ ਉਹ ਹੈ ਜਿਹੜਾ ਕਿਸੇ ਵੀ ਮੌਸਮ 'ਚ ਉਡਾਨ ਭਰ ਸਕਦਾ ਹੈ, ਰਸ਼ੀਆ ਦੀ ਤਕਨੀਕ ਦੇ ਆਧਾਰਿਤ। ਤੇ 122 ਕਿਲੋਮੀਟਰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹੜਾ ਸ਼ੌਕ ਜਾਗ ਪਿਆ ਕਿ ਉਹ ਸੜਕ ਦੇ ਰਸਤੇ ਜਾਣਾ ਜੀ। ਹੁਸੈਨੀ ਵਾਲਾ ਜਾਣਾ ਸੀ। 3 ਉੱਥੇ ਹੈਲੀਪੈਡ ਬਣਾਏ ਵੀ ਜੀ।
ਜਦੋਂ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਤਾਂ SPG ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜੀ ਸਾਰੀ ਆਪਦੇ ਹੱਥਾਂ 'ਚ ਲੈ ਲੈਂਦਾ ਹੈ। ਉਦੋਂ ਇਹਨਾਂ ਨੇ ਕਿਹਾ ਕਿ ਜਦੋਂ ਵਾਪਸ ਆਏ ਉਹ ਦੁਬਾਰਾ ਭੀਸੀਆਣਾ ਹਵਾਈ ਅੱਡੇ ਤੇ, ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਸਾਰਿਆਂ ਨੇ ਦੇਖਿਆ, ਉਹ ਜਿਹੜੇ ਲੋਕ ਪ੍ਰਧਾਨ ਮੰਤਰੀ ਦੀ ਗੱਡੀ ਕੋਲੇ ਜਾ ਕੇ ਮੁਜ਼ਾਹਰਾ ਨਾਅਰੇਬਾਜ਼ੀ ਕਰ ਰਹੇ ਸੀ ਉਹ ਭਾਜਪਾ ਦੇ ਬੰਦੇ ਸੀ, ਭਾਜਪਾ ਦੇ ਝੰਡੇ ਸੀ ਉਹਨਾਂ ਕੋਲ ਜੀ। ਜਿੱਥੇ ਵੀ ਕੁਤਾਹੀ ਹੋਈ ਹੈ, ਜੇ ਸਥਾਨਕ ਕਿਸੇ ਨੇ ਕੀਤੀ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਚੁੱਪ, ਤੁਸੀਂ ਇਸ ਕਰਕੇ ਸੜਕ ਦੇ ਰਸਤੇ ਉਹ ਗਏ, ਉੱਥੇ ਇਕੱਠ ਨਹੀਂ ਸੀ ਹੋਇਆ। ਜੇ ਤੁਸੀਂ ਚੌਪਰ ਤੇ ਪਹੁੰਚ ਜਾਂਦੇ, ਪਹਿਲਾਂ ਗੇੜਾ ਦਵਾਇਆ ਜਾਂਦਾ, ਉੱਥੇ ਕੁਰਸੀਆਂ ਨੂੰ ਪ੍ਰਧਾਨ ਮੰਤਰੀ ਨੇ ਥੋੜੀ ਸੰਬੋਧਨ ਕਰਨਾ ਸੀ ਜੀ। ਇਹਨਾਂ ਤੋਂ ਇਕੱਠ ਨਹੀਂ ਹੋਇਆ। ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਦੇਸ਼ ਨੂੰ ਬਦਨਾਮ ਨਾ ਕਰੋ, ਪੰਜਾਬ ਨੂੰ ਬਦਨਾਮ ਨਾ ਕਰੋ। ਉਦੋਂ ਇਹਨਾਂ ਨੇ ਇੱਕ ਟੀਮ ਆਪਦੀ ਬਣਾ ਲਈ ਸੀ, ਪੰਜਾਬ ਵਾਲਿਆਂ ਨੇ ਆਪਦੀ ਬਣਾ ਲਈ ਸੀ, DGP ਸੀਗੇ ਸਿਧਾਰਥ ਚਟੋਪਾਧਿਆ। ਤਾਂ ਇਹਨਾਂ ਦੋਨਾਂ ਨੂੰ ਛੱਡ ਕੇ ਜਿਹੜੇ ਸਾਡੇ ਮੁੱਖ ਜੱਜ ਆ NV ਰਮੰਨਾ ਸਾਹਿਬ, ਇਹਨਾਂ ਨੇ ਫਿਰ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਇੰਦੂ ਮਲਹੋਤਰਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜੀ, ਜਿਹਦੇ ਵਿੱਚ ਕੌਣ ਸਨ, ਜਿਹਦੇ ਵਿੱਚ NIA ਦੇ DGP ਜੀ, DGP ਚੰਡੀਗੜ੍ਹ ਜੀ, ਪੰਜਾਬ ਦੇ ADGP ਲਾ ਐਂਡ ਆਰਡਰ ਸ਼ਰਦ ਸਤਿਆ ਚੌਹਾਨ ਜੀ, ਹਾਈ ਕੋਰਟ ਦੇ ਰਜਿਸਟਰਾਰ ਜਨਰਲ ਜੀ, ਇਹ ਸਾਰੇ ਉਹ ਕਮੇਟੀ ਦੇ ਮੈਂਬਰ ਸੀ। ਇਹਨਾਂ ਸਾਰਿਆਂ ਨੇ ਮਿਲ ਕੇ ਉਹਦੀ ਜਾਂਚ ਕੀਤੀ। ਉਹ ਟੀਮ ਦੁਬਾਰਾ ਫਿਰੋਜ਼ਪੁਰ 'ਚ ਵੀ ਗਈ, ਕੀ ਕੁਤਾਹੀ ਹੋਈ ਹੈ ਉਹ ਰਿਪੋਰਟ ਪਿਛਲੇ ਹਫ਼ਤੇ ਜਸਟਿਸ ਇੰਦੂ ਮਲਹੋਤਰਾ ਨੇ ਸੌਂਪਤੀ ਹੈ NV ਰਮੰਨਾ ਸਾਹਿਬ ਨੂੰ। ਇਹ ਹੁਣ ਕਦੋਂ ਖੋਲ੍ਹੀ ਜਾਊਗੀ ਉਦੋਂ ਪਤਾ ਲੱਗੂਗਾ। ਲੇਕਿਨ ਇਹ ਰਿਪੋਰਟ ਜਿਹੜੀ ਆ ਹਾਈ ਕੋਰਟ ਨੂੰ ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜਾ ਫੇਰੀ ਦੇ ਵਿੱਚ ਜਿਹੜੀ ਕੁਤਾਹੀ ਹੋਈ ਸੀਗੀ ਸੁਰੱਖਿਆ ਦੇ ਵਿੱਚ, ਹੋਈ ਸੀ ਨਹੀਂ ਹੋਈ ਸੀ ਸਾਨੂੰ ਨਹੀਂ ਪਤਾ ਜੀ, ਉਹ ਰਿਪੋਰਟ ਕੀ ਕਹਿੰਦੀ ਹੈ ਉਹਦਾ ਖੁਲਾਸਾ ਅਗਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਕਰੇਗੀ ਜੀ। ਟੁੱਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਜੀ, ਬਹੁਤ-ਬਹੁਤ ਮਿਹਰਬਾਨੀ। ਖਬਰ ਤੋੜ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਹੋਰ ਸਰਗਰਮੀਆਂ, ਹੋਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।